ਕਿ ਸਾਡਾ ਜਿਨ੍ਹਾਂ ਦੇ ਨਾਲ ਤਲਕ ਹੈ, ਸਾਡੀ ਜਿਨ੍ਹਾਂ ਨਾਲ ਰਿਸ਼ਤੇਦਾਰੀ ਹੈ, ਸਾਡੀ ਜਿਨ੍ਹਾਂ ਨਾਲ ਤਲਕਦਾਰੀ ਹੈ, ਸਾਨੂੰ ਪਹਿਲੇ ਫੁਰਸਤ ਵਿੱਚ ਉਹਨਾਂ ਦੀ ਇੱਜ਼ਤ ਦੇ ਬਾਰੇ ਸੋਚਣਾ ਹੈ। ਤੇ ਇਸ ਤਰ੍ਹਾਂ ਦਾ ਵੀ ਲੋਕੀ ਸ਼ਰੀਕਾ ਕੁੱਟਦੇ ਨੇ ਕਿ ਕਿਸੇ ਦੀ ਇੱਜ਼ਤ ਦਾ ਖਿਆਲ ਨਹੀਂ ਰੱਖਿਆ ਜਾਂਦਾ। ਹਾਲਾਂਕਿ ਚਾਹੀਦਾ ਤੇ ਇਹ ਵੇ ਕਿ ਜਦੋਂ ਆਪਸ ਵਿੱਚ ਤੁਸੀਂ ਰਿਸ਼ਤੇਦਾਰ ਬਣ ਗਏ ਹੋ, ਕਿਉਂਕਿ ਅਸੀਂ ਇੱਕ ਦੂਜੇ ਦੇ ਇੱਜ਼ਤ ਦੇ ਭਾਈਵਾਲ ਹਾਂ। ਅਗਰ ਇੱਜ਼ਤ ਦੇ ਭਾਈਵਾਲ ਨਾ ਬਣੇ ਤੇ ਫਿਰ ਲੋਕੀ ਸਾਡਾ ਤਮਾਸ਼ਾ ਹੀ ਦੇਖਣਗੇ, ਹੋਰ ਕੀ ਕਰਨਗੇ। ਉਹਨੂੰ ਸਮਝ ਲੱਗ ਗਈ ਕਿ ਇਹ ਬੰਦਾ ਜਿਹੜਾ ਨਾ ਮੈਨੂੰ ਕੋਈ ਵੀ ਮੇਰਾ ਬਹਾਨਾ ਚੱਲਣ ਨਹੀਂ ਦੇ ਰਿਹਾ, ਔਰ ਇਹਨੇ ਗੁੱਸੇ ਨਾਲ ਜਿਹੜਾ ਮੈਨੂੰ ਕਿਹਾ ਨਾ, ਤੇ ਹੁਣ ਮੈਨੂੰ ਖਾਣਾ ਖਾ ਲੈਣਾ ਚਾਹੀਦਾ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮਾ ਆਮੀਨ। ਦੋਸਤੋ ਅੱਜ ਮੈਂ ਪੰਜਾਬ ਦੇ ਵਿੱਚ ਜਿਹੜਾ ਸਾਡੇ ਇਲਾਕੇ ਦੇ ਵਿੱਚ ਜਿਹੜਾ ਆਮ ਲਫ਼ਜ਼ ਜ਼ਿਆਦਾ ਬੋਲਿਆ ਜਾਂਦਾ ਹੈ, ਸ਼ਰੀਕਾ ਕਿਹਨੂੰ ਆਉਂਦੇ ਨੇ ਔਰ ਸ਼ਰੀਕੇ ਦੇ ਨੁਕਸਾਨ ਕੀ ਨੇ, ਸ਼ਰੀਕਾ ਕਰਨ ਵਾਲੇ ਜਿਹੜੇ ਨੇ ਉਹ ਕਿਸ ਤਰੀਕੇ ਦਾ ਕਰ ਲੈਂਦੇ ਨੇ ਔਰ ਇਹਦੇ ਨੁਕਸਾਨਾਤ ਕੀ ਹੁੰਦੇ ਨੇ। ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦੇਣ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਅਸੀਂ ਸ਼ਰੀਕਾ ਆਪਣੇ ਕਰੀਬੀ ਭੈਣਾਂ ਭਾਈਆਂ ਨੂੰ, ਰਿਸ਼ਤੇਦਾਰਾਂ ਨੂੰ ਸਮਝਦੇ ਹਾਂ, ਜਿਹੜੇ ਬਹੁਤ ਕਰੀਬ ਹੁੰਦੇ ਨੇ, ਜਿਨ੍ਹਾਂ ਦੇ ਨਾਲ ਸਾਡੀ ਇੱਜ਼ਤ ਦਾ ਬੜਾ ਅਮਲ ਦਾ ਹੱਲ ਹੁੰਦਾ ਹੈ ਕਿ ਇਹ ਸਾਡੇ ਇੱਜ਼ਤ ਦੇ ਬਹਿਸ ਬਣਦੇ ਨੇ। ਇਹ ਸਾਡੇ ਵਾਸਤੇ ਇਹਨਾਂ ਦੀ ਵਜ੍ਹਾ ਤੋਂ ਸਾਡੇ ਦਿਲੋਂ ਦਿਮਾਗ ਜਿਹੜੇ ਨੇ ਹਰ ਵਕਤ ਰਾਜ਼ੀ ਔਰ ਖੁਸ਼ ਰਹਿੰਦੇ ਨੇ। ਲੇਕਿਨ ਜਦੋਂ ਸ਼ਰੀਕਾ ਕੁੱਟਣ ਵਾਲੀ ਗੱਲ ਆ ਜਾਂਦੀ ਹੈ ਤੇ ਫਿਰ ਇਹ ਹੀ ਲੋਕ ਦੁਸ਼ਮਣ ਵੀ ਬਣ ਜਾਂਦੇ ਨੇ। ਇਹਨੂੰ ਅਸੀਂ ਸ਼ਰੀਕਾ ਆਉਂਦੇ ਹਾਂ। ਤੇ ਇਹ ਸ਼ਰੀਕਾ ਸਾਡੇ ਹਾਲੀ ਏਰੀਏ ਜਾਂ ਸਾਡੇ ਪੰਜਾਬ ਦੇ ਵਿੱਚ ਨਹੀਂ, ਇਹ ਸ਼ਰੀਕੇ ਦਾ ਲਫ਼ਜ਼ ਜਿਹੜਾ ਇਸਤੇਮਾਲ ਹੁੰਦਾ ਹੈ ਜਾਂ ਇਹਦੇ ਜਿਹੜੇ ਤਰੀਕਾਕਾਰ ਨੇ ਜਿਹਨੂੰ ਸ਼ਰੀਕਾ ਕਿਹਾ ਜਾਂਦਾ ਹੈ, ਉਹ ਦੂਸਰਿਆਂ ਇਲਾਕਿਆਂ ਦੇ ਵਿੱਚ ਵੀ ਹੈ ਨੇ। ਅਸੀਂ ਇਹ ਤਸੱਵਰ ਕਰਨੇ ਹਾਂ ਕਿ ਸ਼ਾਇਦ ਕਰਾਚੀ ਬੜਾ ਵੱਡਾ ਸ਼ਹਿਰ ਹੈ ਔਰ ਉੱਥੇ ਮੁਖਤਲਿਫ ਕਿਸਮ ਦੀਆਂ ਕੌਮੀਅਤਾਂ ਰਹਿੰਦੀਆਂ ਨੇ। ਤਕਰੀਬਨ ਦੁਨੀਆ ਦੇ ਸਾਰੇ ਲੋਕ ਉੱਥੇ ਰਹਿੰਦੇ ਨੇ ਤੇ ਉੱਥੇ ਸ਼ਾਇਦ ਇਹ ਚੀਜ਼ ਨਹੀਂ ਹੈ, ਲੇਕਿਨ ਉੱਥੇ ਵੀ ਹੈ ਵੇ। ਮੈਂ ਇਹ ਗੱਲ ਇਸ ਲਈ ਇਸ ਤਰ੍ਹਾਂ ਕਰ ਸਕਦਾ ਵਾਂ ਕਿ ਮੈਂ ਕੁਛ ਅਰਸਾ ਕਰਾਚੀ ਦੇ ਵਿੱਚ ਗੁਜ਼ਾਰਿਆ ਔਰ ਮੇਰੀ ਜਿਹੜੀ ਰਿਹਾਇਸ਼ ਸੀ ਉਹ ਇੱਕ ਉਸ ਵਕਤ ਹਾਲਾਤ ਦੇ ਮੁਤਾਬਕ ਇੱਕ ਸ਼ਾਦੀ ਹਾਲ ਵਿੱਚ ਹੁੰਦੀ ਸੀ। ਮੈਂ ਅਕਸਰ ਪ੍ਰੋਗਰਾਮ ਦੇਖਦਾ ਸਾਂ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਵੇਖਣ ਨੂੰ ਮਿਲਦੀਆਂ ਹਨ ਕਿ ਸ਼ਰੀਕਾ ਜਿਹੜਾ ਨਾ ਹਰ ਵਕਤ ਇਹ ਕੋਸ਼ਿਸ਼ ਕਰਦਾ ਹੈ, ਜਿਹੜੇ ਸ਼ਰੀਕੇਦਾਰ ਹੁੰਦੇ ਨੇ ਉਹ ਹਰ ਵਕਤ ਕੋਸ਼ਿਸ਼ ਕਰਦੇ ਨੇ ਕਿ ਇਸ ਬੰਦੇ ਦੀ ਜਿਹੜੀ ਇੱਜ਼ਤ ਬਣੀ ਹੈ ਇਹਨੂੰ ਮਿੱਟੀ ਅੱਜ ਕਿਵੇਂ ਰੋਲਣਾ। ਉਹਦੀ ਇੱਕ ਮੈਂ ਗੱਲ ਤੁਹਾਨੂੰ ਸੁਣਾਉਣਾ ਵਾਂ, ਤੁਹਾਡੇ ਨਾਲ ਸ਼ੇਅਰ ਕਰਨਾ ਵਾਂ, ਜਿਹੜੀ ਅੱਖੀ ਵੇਖੀ ਹੈ ਔਰ ਸਾਹਮਣੇ ਆਪਣੇ ਦੇਖ ਕੇ ਤੇ ਇਹ ਚੀਜ਼ ਮਹਿਸੂਸ ਹੋਈ ਕਿ ਸ਼ਰੀਕਾ ਤੇ ਇੱਥੇ ਵੀ ਚੱਲਦਾ। ਹਾਲਾਂਕਿ ਇੱਥੇ ਉਰਦੂ ਬੋਲਣ ਵਾਲੇ ਵੀ ਹੈ ਨੇ, ਸਿੰਧੀ ਵੀ ਹੈ ਨੇ, ਹੋਰ ਵੀ ਕਈ ਕਿਸਮ ਦੀਆਂ ਕੌਮੀਅਤਾਂ ਹੈ ਨੇ, ਪੰਜਾਬ ਦੇ ਲੋਕ ਵੀ ਹੈ ਨੇ। ਲੇਕਿਨ ਉਹ ਸ਼ਾਦੀ ਹਾਲ ਦੇ ਵਿੱਚ ਮੈਂ ਇੱਕ ਦਿਨ ਦੇਖਿਆ, ਉਸ ਵਕਤ ਦੀ ਮੈਂ ਗੱਲ ਕਰ ਰਿਹਾ ਜਿਸ ਵਕਤ ਉੱਥੇ ਸਿਸਟਮ ਇਹ ਸੀ ਪਰ ਹੈਡ ਦਾ ਇਸ ਤਰ੍ਹਾਂ ਸੀ ਕਿ ਪਲੇਟਾਂ ਗਿਣ ਕੇ ਦਿੰਦੇ ਹੁੰਦੇ ਸਨ। ਸ਼ਾਦੀ ਹਾਲ ਵਾਲੇ ਵੱਡੀ ਪਲੇਟ ਗਿਣ ਦਿੰਦੇ ਹੁੰਦੇ ਹਨ ਔਰ ਉਹਦੇ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਇਹਨਾਂ ਦੇ ਜੀ ਕਿੰਨੇ ਹੋਣੇ ਨੇ, ਇਹਨਾਂ ਦੇ ਮਹਿਮਾਨ ਕਿੰਨੇ ਹੋਣੇ ਨੇ। ਤੇ ਮੈਂ ਅਕਸਰ ਬੁਰਜੀ ਦੇ ਕੋਲ ਕੁਰਸੀ 'ਤੇ ਬੈਠ ਜਾਂਦਾ ਹੁੰਦਾ ਸਾਂ, ਕਿਉਂਕਿ ਮੈਂ ਵੀ ਸਮਝ ਲਓ ਕਿ ਮੈਨੇਜਮੈਂਟ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਜਿਸ ਦਿਨ ਪ੍ਰੋਗਰਾਮ ਹੁੰਦਾ ਸੀ। ਮੈਂ ਦੇਖਿਆ ਕਿ ਜਦੋਂ ਮਰਦਾਂ ਦਾ ਖਾਣਾ ਸ਼ੁਰੂ ਹੋਇਆ ਤੇ ਇੱਕ ਬੰਦਾ ਜਿਹੜਾ ਨਾ ਉਹ ਮੇਰੇ ਕਰੀਬ ਖੜਾ ਸੀ ਬਿਲਕੁਲ ਖਾਮੋਸ਼ੀ ਦੇ ਨਾਲ, ਔਰ ਉਹ ਤਾਸਰ ਵੀ ਦੇ ਰਿਹਾ ਸੀ ਕਿ ਉਹਨੂੰ ਗੁੱਸਾ ਵੀ ਆ ਰਿਹਾ। ਮੈਂ ਉਹਨੂੰ ਪੁੱਛਿਆ ਕਿ ਭਾਈਜਨ ਕੀ ਬਾਤ ਹੈ, ਤੇ ਅੱਗੋਂ ਉਸਨੇ ਜਿਹੜਾ ਉਰਦੂ ਵਿੱਚ ਮੈਨੂੰ ਜਵਾਬ ਇਸ ਤਰ੍ਹਾਂ ਦਿੱਤਾ, ਭਾਈਜਨ ਕਿਆ ਕਰੇ यहाँ ਖਾਣਾ ਹੀ ਨਹੀਂ ਮਿਲ ਰਹਾ। ਹਾਲਾਂਕਿ ਖਾਣਾ ਜਿਹੜਾ ਨਾ ਅੱਛੇ ਤਰੀਕੇ ਦੇ ਨਾਲ ਸਰਵ ਹੋ ਰਿਹਾ ਸੀ ਔਰ ਅੱਛੇ ਤਰੀਕੇ ਦੇ ਨਾਲ ਵਾਫਰ ਖਾਣਾ ਮੌਜੂਦ ਸੀ, ਮਹਿਮਾਨਾਂ ਨੂੰ ਖਿਲਾਇਆ ਜਾ ਰਿਹਾ ਸੀ। ਤੇ ਮੈਂ ਸੋਚਿਆ ਕਿ ਇਹ ਲੱਗਦਾ ਹੈ ਕਿ ਸਾਡੇ ਵਾਲਾ ਹੀ ਉਹ ਕੰਮ ਹੋਣਾ ਹੈ। ਸਾਡੇ ਇਲਾਕੇ ਜਿਵੇਂ ਲੋਕੀ ਬਿਲਾ ਵਜ੍ਹਾ ਹੀ ਬਿਲਾ ਮਕਸਦ ਹੀ ਜਿਹੜਾ ਨਾ ਕਿਸੇ ਦੀ ਬੇਇੱਜ਼ਤੀ ਕਰਨ ਦਾ ਠਾਣ ਲੈਂਦੇ ਨੇ, ਤੇ ਇਹਨੇ ਵੀ ਸੋਚਿਆ ਇੰਝ ਹੀ ਹੈ। ਤੇ ਮੈਂ ਉਹਨੂੰ ਨਾ ਪਲੇਟ ਦੇ ਦਿੱਤੀ ਅਜ਼ਾਫੀ ਆਪਣੇ ਕੋਲੋਂ, ਜਿਹੜੀਆਂ ਗਿਣੀਆਂ ਹਨ ਉਹਨਾਂ ਤੋਂ ਇਲਾਵਾ, ਕਿਉਂਕਿ ਗਿਣੀਆਂ ਜਿਹੜੀਆਂ ਪਲੇਟਾਂ ਸਨ ਉਹ ਤੇ ਅਸੀਂ ਟੇਬਲਾਂ ਤੇ ਲਾ ਦਿੱਤੀਆਂ ਸਨ। ਉਹ ਪਲੇਟ ਫੜ ਕੇ ਨਾ ਫੇਰ ਖੜਾ ਰਿਹਾ। ਫਿਰ ਕੋਈ 2-4 ਮਿੰਟ ਗੁਜ਼ਰੇ ਤੇ ਮੈਂ ਉਹਨੂੰ ਕਿਹਾ
ਕਿ ਭਾਈ ਜੀ ਕੀ ਮਸਲਾ ਹੈ, ਤੁਸੀਂ ਖੜੇ ਕਿਉਂ ਹੋ? ਤੇ ਉਹ ਅੱਗੋਂ ਮੈਨੂੰ ਕਹਿੰਦਾ ਸਾਲਾ यहाँ पे खाना ही नहीं मिल रहा। ਉਹ ਮੈਨੂੰ ਸਮਝ ਆ ਗਈ ਕਿ ਇਹ ਪਹਿਲੂ ਪਲੇਟ ਦਾ ਬਹਾਨਾ ਪਾਇਆ ਤੇ ਹੁਣ ਖਾਣੇ ਦਾ। ਤੇ ਮੈਂ ਜਨਾਬ ਉਹਨੂੰ ਜਿਹੜਾ ਨਾ ਬੁਰਚੀ ਦੇ ਕੋਲੋਂ ਖਾਣਾ ਪਵਾ ਦਿੱਤਾ ਕਿ ਇਹਨੂੰ ਅੱਗੇ ਜਾ ਕੇ ਨਾ ਲੈਣਾ ਪਵੇ, ਕਿਉਂਕਿ ਇਹਨੇ ਅੱਗੇ ਜਾਣਾ ਹੀ ਨਹੀਂ। ਇਹਦੀ ਹਰ ਮੁਮਕਿਨ ਕੋਸ਼ਿਸ਼ ਹੈ ਕਿ ਜਿਹੜੇ ਲੜਕੀ ਵਾਲੇ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਏ, ਦੱਸਿਆ ਜਾਏ ਕਿ ਇੱਥੇ ਖਾਣਾ ਨਹੀਂ ਮਿਲਿਆ, ਹਾਲਾਂਕਿ ਖਾਣਾ ਤੇ ਵਾਫਰ ਹੈ। ਉਹ ਥੋੜੀ देर गुजरी थे फिर वो खावा ही ना खाना। मैं उन्हें फिर पूछा भाईजान आप क्या मसला है? कहता है चावल तो आपने दे दिए, इसमें बोटी नहीं है। वो मैं बोरची कह के उन्होंने बोटियां भी पवा दी। फिर जनाब वो खड़ा रहा खाना खाते, हालांकि उत्थे रिवाज है या लोग समझते हैं चम्मच तो बगैर खाना खाते हैं। बिरयानी पकती है ज़्यादा बच्छिए की, गां की जिन्होंने असीं आने वो गोश्त की ज़्यादा बिरयानी लोग पकाते हैं और उन्होंने वो उत्थे अपनी अच्छी डिश समझते हैं। होने का नहीं पता, मैं तुहानूं गल सुना रहा 94-95 की। तो उन्हें ना जो इस तरह कहा ना तो मैं उन्होंने ना कहता कि चम्मच नहीं मिल रहा, बोटियां भी पवा दी, बाद चम्मच भी लैके दिता। वो फिर खड़ा रहा। मैं यार होण की मसला ही, तो खाने में जायका ही नहीं है। मैं यार खाधा तू है नहीं तो खाने च जायका नहीं है। अगर हुण तू अगों आखना ना कि मेरे को कुर्सी को नहीं, तो मैं तेनों अपने वाली कुर्सी भी दे देना वा, तो जरा ना तू ये उत्ते बैठ के ना खाना खा लै। उन्होंने ना समझ लग गई इस गल की, क्योंकि मैं पंजाबी सा पंजाबी बोलता हाँ, मैं ज़्यादा उर्दू घट बोलता हाँ। उन्होंने समझ लग गई कि यह बंदा जरा ना मैनू कोई भी मेरा बहाना चलन नहीं दे रहा, और इन्हें गुस्से नाल जरा मैनू कहा ना तो हुण मैनू खाना खा लेना चाहिए। तो दोस्तों ये गल करन तो बाद थोड़ा टाइम गुजरिया तो मर्दां दा खाना खत्म होया तो औरतां दा खाना जारी सी अते शुरू होया सी। ते ਜਿਹੜਾ लड़की वाली साइड ते दुल्हन जिस पासे बैठी सी उत्थे ਜਿਹੜੇ ना उत्थे ये भी रिवाज सी कि लड़की लड़के वाले ਜਿਹੜੇ ना अपने अपने मेहमानां नूं बिठा के, उस वक्त मूवी का बड़ा रिवाज सी ते मूवी बनन डै पई। वो मूवी बनन डै पई ਜਦੋਂ ते थोड़ी देर गुजरी ते एक टाइम ਜਿਹੜਾ ना झगड़ा शुरू हो गया। वो भज के असीं जा के देखिया कि की होया है, ते वो जनाब ये पता चलिया जी वो मूवी वाले ने ना लड़की वालियां दी मेहमान बिठा के ਜਿਹੜੇ ना मूवी बना रहा सी, ते लड़के वालियां दे ਜਿਹੜੇ मेहमान सन उन्हां नूं बैठन नहीं सी दे रहा, या ਜਿਹੜੇ उन्हां लड़की वालियां दे बंदे हन वो खुद नहीं हन करन दे रहा सी। ते जनाब झगड़ा इन्ना होया कि असीं ਜਿਹੜੀਆਂ पार्टीशन वास्ते ਜਿਹੜੀਆਂ उस वक्त कनातां लाइयां हन वो भी पाड़ गईयां, लोकां दे सिर भी पाड़ गए और बड़ा ज़्यादा झगड़ा होया। ਉਹਦਾ रिजल्ट ये निकलिया कि लड़की अपने घर चली गई, रुखसती ना हुई और लड़का अपने घर चला गया। बड़ी मिन्नत समाजत करन दे बावजूद दोवें पार्टियां जिहड़ियां मन्नियां ना। तो दोस्तों ये गल मैं थोड़ी जी सुनाई है शरीके दी, ते इस तरह का भी लोग शरीका कुटते हैं कि किसी की इज्जत का ख्याल नहीं रखा जाता। हालांकि चाहिए तो यह वे कि जो आपस तुसीं रिश्तेदार बन गए हो तो शरीका काहदा रह गया, फिर तो तुसीं एक दूजे की इज्जत के भाईवाल हो। दोस्तों ये थोड़ी जी स्टोरी सुनाने का सिर्फ मकसद इन्ना कुवे कि साडा जिन्हां दे नाल तलक है, साडी जिन्हां नाल रिश्तेदारी है, साडी जिन्हां नाल तलकदारी है, सानू पहले फुरसत च उन्हां दी इज्जत के बारे सोचना, क्योंकि असीं एक दूजे दे इज्जत के भाईवाल हाँ। अगर इज्जत के भाईवाल ना बने तो फिर लोग साडा तमाशा ही देखणगे, होर की करनगे। दोस्तों अज लई इन्ना ही, अगली वीडियो तक लई इजाजत दिओ। अल्लाह ताला साडा तुहाडा हामी नासर होवे। जिउंदे रहो, वसदे रहो। अल्लाह निगहबान।